दे मुहार लगाम पहरावों, सगल ताजीन गगन दौरावों। अपने विचार असवारी कीजै, सहज कै पावड़ै पग तर लीजै। अपने विचार असवारी कीजै, सहज कै पावड़ै पग तर लीजै। रहाओ। चल रे बैकुंठ तुझै ले तारो, हिचै त प्रेम कै चाबक मारो। कहत कबीर भले असवारा, वेद कतेब ते रहै न्यारा। कहत कबीर भले असवारा, वेद कतेब ते रहै न्यारा। परम सन्मानयोग जुगो जुग अटल चबर तख्त दे मालक साहिब सतगुरु धन धन गुरु ग्रंथ साहिब जी महाराज तिन्हां दी हजूरी अंदर जुड़ मिल बैठे अत सत्कारयोग सन्मानयोग सतसंगी जनों, आओ गुरु प्यार वालिओ लड़ीवार कथा विचार दे नाल जुड़ीए। लड़ीवार चल रही कथा विचार गौड़ी कबीर जी गुरु ग्रंथ साहिब दा पावन पवित्र अंक 329। आओ विचारां दी आरंभता करन तो पहला सारी संगत गज के आखो वाहिगुरु जी का खालसा वाहिगुरु जी की फतेह। भगत कबीर साहब जी इस पावन पवित्र शब्द अंदर बड़े सोहने व्यंग दे विच गल कर रहे ने। कबीर जी कह रहे ने रहाओ वाले बंदन अपने विचार असवारी कीजै, सहज कै पावड़ै पग धर लीजै। अपने विचार अपने आप दी विचार ते अपने स्वरूप दे ज्ञान रूप घोड़े उत्ते असवारी कीजे सवार हो जाइए। इत्थे कबीर जी बड़ी प्यारी विचार सानू समझा रहे ने। कबीर जी इस रहाओ वाले बंद अंदर कह रहे हैं, हे भाई आओ अपने स्वरूप दे ज्ञान रूप घोड़े उत्ते सवार हो जाइए। भाव साडा असल की है, साडा असला की है। सतगुरु महाराज ने एक उदाहरण दी है जी कबीर जी ने। जिमें पुरातन समय अंदर सवारी करन दा जिहड़ा साधन हुंदा सी, दूर दरेडे जाण दा जिहड़ा साधन हुंदा सी, घोड़ियां ते बैल गड्डियां ते इस तरह सफ़र किया जाता सी। कबीर जी ने एक व्यंग दे विच गल करके एक उदाहरण लैके जिंदगी दे सफ़र की गल की है, जीवन के सफ़र की गल की है। भी जीवन का जिहड़ा सफ़र है, जीवन का जिहड़ा पिंडा है, किवें तय करना है। सतगुरु महाराज की बाणी असीं रोज़ाना पढ़ते हैं जी। जदों महाराज की बाणी विचों मार्ग की गल करते हैं, राह की गल करते हैं, एक वखरे न्यारे रस्ते की गल करते हैं, गुरु साहब ने बड़ी प्यारी विचार दी। महाराज कहते चलना पता किहड़े राह ते है। जो राह सानू गुरु दिखाउंदा है, जो राह सानू बाणी दिखाउंदी है, उस राह ते चलना है मनुख ने। किवें चलना है? सहज दे नाल। जिवें घोड़े की सवारी की जाती है ना, बड़े टिका नाल, सहज नाल, बड़े तरीके नाल, सब कुछ गल्लां दा ध्यान रखते हुए।
ਜ਼ਿੰਦਗੀ ਦਾ ਸਫ਼ਰ ਆ ਜਿਹੜਾ, ਜ਼ਿੰਦਗੀ ਦਾ ਪਿੰਡ ਆ ਜਿਹੜਾ, ਇਸੇ ਤਰ੍ਹਾਂ ਸ਼ੁਰੂ ਕਰਨਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਹੇ ਗੁਰੂ ਦੇ ਮਿੱਤਰ, ਗੁਰੂ ਦੇ ਸਿੱਖ, ਗੁਰੂ ਵਾਲੀ ਚਾਲ ਤੇ ਚੱਲ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਸੁਨੇਹਾ ਗੁਰਬਾਣੀ ਦਿੰਦੀ ਹੈ, ਜੋ ਸੁਨੇਹਾ ਗੁਰਮਤ ਦਾ ਹੈ, ਉਹ ਜ਼ਿੰਦਗੀ ਨੂੰ ਨਿਖਾਰਨ ਵਾਲਾ ਹੈ। ਜ਼ਿੰਦਗੀ ਅੰਦਰ ਗੁਣ, ਜ਼ਿੰਦਗੀ ਅੰਦਰ ਸਜਾਵਟ ਭਰਨ ਵਾਲਾ ਉਸ ਰਾਹ ਹੈ। ਜ਼ਿੰਦਗੀ ਨੂੰ ਸ਼ਿੰਗਾਰਨ ਵਾਲਾ ਉਹ ਰਾਹ ਹੈ। ਪਾਤਸ਼ਾਹ ਜੀ ਕਹਿੰਦੇ ਇਸ ਪਾਵਨ ਪਵਿੱਤਰ ਬਚਨ ਅੰਦਰ, ਆਪਣੇ ਆਪਣੇ ਵਿਚਾਰ ਸਵਾਰੀ ਕੀਜੈ। ਹੇ ਮੇਰੇ ਮਨ, ਗੁਰੂ ਤੋਂ ਗਿਆਨ ਪ੍ਰਾਪਤ ਕਰਕੇ, ਗਿਆਨ ਰੂਪੀ ਘੋੜਾ, ਹੁਣ ਇੱਥੇ ਘੋੜਾ ਕਿਹਨੂੰ ਕਿਹਾ? ਮਨ ਨੂੰ। ਸਤਿਗੁਰੂ ਕਬੀਰ ਜੀ ਕਹਿੰਦੇ, ਆਪਣੇ ਮਨ ਵਿੱਚ ਗਿਆਨ ਦਾ ਕਿਣਕਾ ਵਸਾ। ਜਦੋਂ ਤੇਰੇ ਮਨ ਅੰਦਰ ਗਿਆਨ ਆ ਗਿਆ, ਸਮਝ ਆ ਗਈ, ਅਕਲ ਆ ਗਈ, ਫਿਰ ਤੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਆ ਗਿਆ। ਫਿਰ ਅਸਲ ਇਹ ਸਵਾਰੀ ਕਰਨ ਦਾ ਤਰੀਕਾ ਆ ਗਿਆ ਤੈਨੂੰ, ਜਦੋਂ ਮਨ ਨੇ ਗੁਰੂ ਦੀ ਗੱਲ ਨੂੰ ਕਬੂਲ ਕਰ ਲਿਆ। ਪਾਤਸ਼ਾਹ ਜੀ ਕਹਿੰਦੇ, ਆਪਣੇ ਸਰੂਪ ਦੇ ਗਿਆਨ ਰੂਪੀ ਘੋੜੇ ਉੱਤੇ, ਜਿਹੜਾ ਤੇਰਾ ਇਹ ਸਰੂਪ ਹੈ ਨਾ, ਹੁਣ ਗਿਆਨ ਰੂਪੀ ਇਸ ਸਰੀਰ ਨੂੰ ਦਲਾ ਕੌਣ ਰਿਹਾ ਜੀ? ਸਰੀਰ ਨੂੰ ਚਲਾ ਕੌਣ ਰਿਹਾ? ਇੱਕ ਰੱਬ ਦੀ ਜੋਤ, ਪ੍ਰਮਾਤਮਾ ਦੀ ਜੋਤ, ਰੱਬ ਪ੍ਰਮਾਤਮਾ ਅੰਦਰ ਬੈਠਾ। ਸਰੀਰ ਨੂੰ ਮਾਨੋ ਸਾਡੇ ਮਨ ਅੰਦਰ ਵਿਚਾਰ ਪੈਦਾ ਹੁੰਦੀ ਹੈ, ਕੋਈ ਵੀ ਕਿਤੇ ਜਾ ਕੇ ਬਹਿੰਦੇ ਆ, ਗੁਰੂ ਉਪਦੇਸ਼ ਨੂੰ ਸੁਣਦੇ ਆ, ਵਿਚਾਰਦੇ ਆ, ਚੰਗੀ ਵਿਚਾਰ ਪੈਦਾ ਹੋ ਜਾਂਦੀ ਹੈ, ਮੰਦੀ ਵਿਚਾਰ ਪੈਦਾ ਹੋ ਜਾਂਦੀ ਹੈ। ਹੁਣ ਇੱਥੇ ਧਿਆਨ ਰੱਖਿਓ, ਸਾਡੇ ਮਨ, ਸਰੀਰ ਨੂੰ ਦੌੜਾਉਣ ਵਾਲਾ ਪਤਾ ਕੌਣ ਹੈ? ਸਾਡੇ ਸਰੀਰ ਨੂੰ ਭਜਾਉਣ ਵਾਲਾ, ਦੌੜਾਉਣ ਵਾਲਾ ਇੱਕ ਮਨ ਵੀ ਹੈ। ਮਹਾਰਾਜ ਕਹਿੰਦੇ, ਆ ਜਿਹੜਾ ਮਨ ਆ ਨਾ, ਮਨ, ਇਸ ਮਨ ਨੂੰ ਕੰਟਰੋਲ ਦੇ ਵਿੱਚ ਰੱਖ, ਇਹਦੀ ਸਵਾਰੀ ਕਰਿਆ ਕਰ। ਹੁਣ ਮਨ ਦੀ ਸਵਾਰੀ ਕਿਵੇਂ ਕਰੀਏ? ਜਦੋਂ ਮਨ ਉੱਤੇ ਗਿਆਨ ਵਾਲਾ ਕੁੰਡਾ ਆ ਕੇ ਡਿੱਗ ਗਿਆ। ਇੱਕ ਬਚਨ ਆਇਆ ਜੀ, ਪਾਤਸ਼ਾਹ ਜੀ ਕਹਿੰਦੇ, ਜਦੋਂ ਹਾਥੀ ਨੂੰ ਮੁਹਾਬਤ ਚਲਾਉਂਦਾ ਨਾ, ਉਹਦੇ ਉੱਤੇ ਕੁੰਡਾ ਰੱਖਦਾ। ਜੇ ਕੁੰਡਾ ਨਾ ਰੱਖਿਆ ਜਾਵੇ, ਇਹ ਹਾਥੀ ਆ ਜਿਹੜਾ ਕਿੰਨਾ ਉਜਾੜਾ ਕਰ ਦੇਵੇਗਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ, ਇਸ ਮਨ ਉੱਤੇ ਗਿਆਨ ਵਾਲਾ ਕੁੰਡਾ, ਗੁਰੂ ਦੀ ਮੱਤ, ਗੁਰੂ ਦੀ ਵਿਚਾਰ ਟਿਕਾ ਕੇ ਰੱਖ। ਜਿਸ ਮਨ ਨੂੰ ਉਜਾੜੇ ਤੋਂ ਬਚਾਉਣਾ ਹੈ, ਜਿਸ ਮਨ ਨੂੰ ਗਲਤ ਰਾਹ ਤੋਂ ਬਚਾਉਣਾ ਹੈ। ਇਸ ਕਰਕੇ ਮਹਾਰਾਜ ਇੱਥੇ ਇਹੀ ਗੱਲ ਕਹਿ ਰਹੇ ਨੇ ਜੀ, ਸਹਿਜ ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੈ। ਸਹਿਜ ਦਾ ਅਰਥ ਹੁੰਦਾ ਜੀ ਟਿਕਾ। ਤੈਨੂੰ ਆਪਣੇ ਅਸਲ ਆਪੇ ਦੀ ਪਛਾਣ ਆ ਜਾਊਗੀ। ਇਸ ਵਿਚਾਰ ਨੂੰ ਘੋੜੇ ਦੀ ਤਰ੍ਹਾਂ ਬਣਾ। ਪਾਤਸ਼ਾਹ ਜੀ ਕਹਿੰਦੇ, ਇਸ ਉੱਤੇ ਸਵਾਰ ਹੋਵੀਏ। ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ, ਆਪਣੇ ਮੂਲ ਨੂੰ ਨਾ ਭੁੱਲੀਏ। ਪਾਤਸ਼ਾਹ ਜੀ ਕਹਿ ਰਹੇ ਨੇ, ਆਪਣੀ ਅਕਲ ਰੂਪੀ। ਪਾਤਸ਼ਾਹ ਜੀ ਨੇ ਇੱਥੇ ਬੜੇ ਸੋਹਣੇ ਵਿਅੰਗ ਦੇ ਵਿੱਚ ਗੱਲ ਕੀਤੀ ਜੀ। ਮਹਾਰਾਜ ਕਹਿੰਦੇ, ਪੈਰ ਪੁੱਟਣਾ, ਕਦਮ ਪੁੱਟਣਾ, ਪੱਗ ਪੈਰ ਦੀ ਗੱਲ ਕੀਤੀ ਮਹਾਰਾਜ ਨੇ। ਸਹਿਜ ਕੇ ਪਾਵੜੈ। ਪਾਵੜੇ ਦਾ ਅਰਥ ਕੀ ਹੁੰਦਾ ਜੀ? ਜਦੋਂ ਘੋੜੇ ਤੇ ਸਵਾਰੀ ਕੀਤੀ ਜਾਂਦੀ ਹੈ, ਉਸ ਪਾਵੜੇ ਤੇ ਪੈਰ ਪਾ ਕੇ ਚੜ੍ਹਿਆ ਜਾਂਦਾ ਹੈ। ਪਾਤਸ਼ਾਹ ਜੀ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਸਮਝਾ ਰਹੇ ਨੇ ਇਸ ਪਾਵਨ ਪਵਿੱਤਰ ਬੰਦ ਅੰਦਰ, ਜਿਹਨੂੰ ਆਪਾਂ ਸਹਿਜ ਅਵਸਥਾ ਦੀ ਰਕਾਬ ਕਹਿ ਸਕਦੇ ਹਾਂ, ਜਿਸ ਰਕਾਬ ਉੱਤੇ ਪੈਰ ਪਾ ਕੇ ਚੜ੍ਹਿਆ ਜਾਂਦਾ ਹੈ। ਸਹਿਜ ਕੇ ਪਾਵੜੈ ਪੱਗ ਧਰ ਲੀਜੈ। ਜਦੋਂ ਆਪਣੇ ਮੂਲ ਦੀ ਪਛਾਣ ਆ ਗਈ, ਆਪਣੇ ਆਪੇ ਦੀ ਪਛਾਣ ਆ ਗਈ, ਅੰਦਰ ਸਹਿਜ ਆ ਗਿਆ, ਟਿਕਾ ਆ ਗਿਆ, ਮਹਾਰਾਜ ਕਹਿੰਦੇ ਫਿਰ ਜ਼ਿੰਦਗੀ ਜਿਉਣ ਦਾ ਤਰੀਕਾ ਬੜਾ ਨਵੇਕਲਾ ਬਣ ਜਾਂਦਾ, ਵੱਖਰਾ ਬਣ ਜਾਂਦਾ ਹੈ, ਅੰਦਰ ਟਿਕਾ ਜਾਂਦਾ ਹੈ। ਅੱਗੇ ਸਤਿਗੁਰੂ ਮਹਾਰਾਜ ਇੱਕ ਬੜੀ ਸੋਹਣੀ ਵਿਚਾਰ ਦੇ ਰਹੇ ਨੇ ਜੀ ਅਗਲੇ ਬੰਦ ਅੰਦਰ। ਪਹਿਲਾ ਜਿਹੜਾ ਬੰਦਾ ਹੈ, ਹੁਣ ਇਸ ਮਨ ਰੂਪੀ ਘੋੜੇ ਨੂੰ ਬੱਸ ਵਿੱਚ ਕਿਵੇਂ ਕਰਨਾ? ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਾਂ ਜੀਨ ਗਗਨ ਦੌਰਾਵੋ।
ਹੁਣ ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਜੀ ਮੁਹਾਰ। ਘੋੜੇ ਦੀ ਪੂਜੀ ਜੋ ਮੂੰਹ ਤੋਂ ਟੰਗ ਨਾਲ ਹੇਠਲੇ ਪਾਸੇ ਬੱਧੀ ਹੁੰਦੀ ਹੈ, ਭਾਵ ਮੁਹਾਰ ਦਾ ਅਰਥ ਹੈ ਜੀ ਮੂੰਹ ਨੂੰ ਬੰਦ ਕਰਨਾ। ਸਤਿਗੁਰੂ ਮਹਾਰਾਜ ਨੇ ਇੱਕ ਉਦਾਹਰਨ ਵਰਤੀ, ਜਿਵੇਂ ਜਦੋਂ ਆਪਾਂ ਘੋੜੇ ਦੀ ਸਵਾਰੀ ਕਰਦੇ ਹਾਂ, ਕਬੀਰ ਜੀ ਨੇ ਉਦਾਹਰਨ ਦਿੱਤੀ ਹੈ ਜੀ, ਉਹਦੇ ਮੂੰਹ ਵਿੱਚ ਲਗਾਮ ਪਾਈ ਜਾਂਦੀ ਹੈ। ਦੇ ਮੁਹਾਰ ਲਗਾਮ ਪਹਿਰਾਵੋ, ਕਿਉਂਕਿ ਉਹਨੂੰ ਕੰਟਰੋਲ ਕਰਨ ਦੇ ਲਈ ਜ਼ਰੂਰੀ ਆ, ਉਹਦੇ ਮੂੰਹ ਵਿੱਚ ਮੁਹਾਰ ਪਾਈ ਜਾਂਦੀ ਹੈ। ਜੇ ਉਹ ਮੁਹਾਰ ਨਾ ਹੋਵੇ ਮੂੰਹ ਦੇ ਅੰਦਰ ਤਾਂ ਉਹ ਕੰਟਰੋਲ ਨਹੀਂ ਹੁੰਦਾ, ਕਿੰਨਾ ਨੁਕਸਾਨ ਕਰ ਦਿੰਦਾ ਕਈ ਵਾਰ। ਹੁਣ ਕਬੀਰ ਜੀ ਕਹਿੰਦੇ ਜਿਸ ਤਰ੍ਹਾਂ ਘੋੜੇ ਨੂੰ ਕੰਟਰੋਲ ਕਰਨ ਵਾਸਤੇ ਉਹਦੇ ਮੂੰਹ ਵਿੱਚ ਲਗਾਮ ਪਾਈ ਜਾਂਦੀ ਹੈ, ਹੇ ਮਨੁੱਖ ਇਹ ਲਗਾਮ ਪਤਾ ਤੇ ਕਿੱਥੇ ਪਾਣੀ ਆ? ਆਪਣੀ ਜੀਭ ਉੱਤੇ ਪਾਣੀ ਹੈ। ਜਿਹੜੀ ਜੀਭ ਤੇਰੀ ਹਰ ਵੇਲੇ ਨਿੰਦਿਆ ਵਿੱਚ ਲੱਗੀ ਰਹਿੰਦੀ ਹੈ, ਜਿਹੜੀ ਜੀਭ ਤੇਰੀ ਹਰ ਵੇਲੇ ਚੁਗਲੀ ਦੇ ਵਿੱਚ ਲੱਗੀ ਰਹਿੰਦੀ ਹੈ, ਇਸ ਜੀਭ ਨੂੰ ਕੰਟਰੋਲ ਕਰਨ ਵਾਸਤੇ ਤੇ ਲਗਾਮ ਪਾਣੀ ਜ਼ਰੂਰੀ ਹੈ। ਕਬੀਰ ਜੀ ਕਹਿੰਦੇ ਇੱਕ ਘੋੜੇ ਨੂੰ ਵਸ ਵਿੱਚ ਕਰਨ ਵਾਸਤੇ, ਕੰਟਰੋਲ ਵਿੱਚ ਕਰਨ ਵਾਸਤੇ ਇਹ ਤਰੀਕੇ ਅਪਣਾਏ ਜਾਂਦੇ ਨੇ, ਵਰਤੇ ਜਾਂਦੇ ਨੇ। ਕਬੀਰ ਜੀ ਨੇ ਇੱਕ ਉਦਾਹਰਨ ਲਈ ਹੈ। ਕਬੀਰ ਜੀ ਕਹਿੰਦੇ ਭਾਈ ਆ ਜਿਹੜੇ ਤੇਰੇ ਰਸਨਾ ਨੂੰ, ਜੀਭ ਨੂੰ ਨਿੰਦਿਆ ਦੀ ਆਦਤ ਪੈ ਗਈ ਹੈ ਨਾ, ਹਰ ਵੇਲੇ ਨਿੰਦਿਆ ਕਰਦੀ ਰਹਿੰਦੀ ਹੈ, ਇਸ ਜੀਭ ਨੂੰ ਵੀ ਕੰਟਰੋਲ ਕਰਨ ਵਾਸਤੇ ਲਗਾਮ ਪਾ। ਲਗਾਮ ਪਾਣੀ ਪਊਗੀ ਤੈਨੂੰ। ਤੂੰ ਤਾਂ ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਘਰ ਵਿੱਚ ਆ ਕੇ ਵੀ ਇਸ ਜ਼ਬਾਨ ਨੂੰ ਕੰਟਰੋਲ ਦੇ ਵਿੱਚ ਨਹੀਂ ਰੱਖਦਾ, ਹਰ ਵੇਲੇ ਨਿੰਦਿਆ ਕਰਦੀ ਰਹਿੰਦੀ ਹੈ। ਮਹਾਰਾਜ ਅੱਗੇ ਕਹਿ ਰਹੇ ਨੇ ਸਗਲ ਤਾਂ ਜੀਨ ਗਗਨ ਦੁਹਰਾਵੋ। ਅੱਗੇ ਜਿਹੜਾ ਸ਼ਬਦ ਵਰਤਿਆ ਜੀ ਬਾਬਾ ਕਬੀਰ ਜੀ ਨੇ, ਬਾਬਾ ਕਬੀਰ ਜੀ ਇੱਥੇ ਆਪਾਂ ਨੂੰ ਸਮਝਾ ਰਹੇ ਨੇ ਜੀ, ਪਹਿਲੇ ਬੰਦ ਅੰਦਰ ਮੈਂ ਤਾਂ ਆਪਣੇ ਮਨ ਰੂਪੀ ਘੋੜੇ ਨੂੰ ਉਸਤਤ ਨਿੰਦਿਆ ਤੋਂ ਰੋਕਣ ਦੀ ਪੂਜੀ ਦੇ ਕੇ ਪ੍ਰੇਮ ਦੀ ਲਗਨ, ਪ੍ਰੇਮ ਦੀ ਜਿਹੜੀ ਲਗਨ ਇਹਨੂੰ ਲਾ ਦਿੱਤੀ ਹੈ, ਲਗਾਮ ਪਾ ਲਈ ਹੈ ਇਹਦੇ ਉੱਤੇ। ਪ੍ਰਭੂ ਸਭ ਥਾਂ ਹੀ ਵਿਆਪਕ ਹੈ। ਮਹਾਰਾਜ ਕਹਿੰਦੇ ਉਹਨੂੰ ਜਾਣਨਾ ਜ਼ਰੂਰੀ ਹੈ, ਸਮਝਣਾ ਜ਼ਰੂਰੀ ਹੈ। ਉਸ ਮਾਲਕ ਨੂੰ ਜਾਣ ਲਿਆ, ਸਮਝ ਲਿਆ ਤਾਂ ਇੱਕ ਆਤਮਿਕ ਤੌਰ ਤੇ ਮਨ ਕਰਕੇ ਸਾਡੀ ਉਡਾਰੀ ਉੱਚੀ ਲੱਗ ਜਾਂਦੀ ਹੈ। ਅੱਗੇ ਮਹਾਰਾਜ ਕਹਿੰਦੇ ਸਗਲ ਤਾਂ ਜੀਨ ਗਗਨ ਦੁਹਰਾਵੋ। ਪਾਤਸ਼ਾਹ ਜੀ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਪ੍ਰਭੂ ਨੂੰ ਸਭ ਥਾਂ ਹੀ ਵਿਆਪਕ ਜਾਣਨਾ, ਇਹ ਇੱਕ ਕਾਠੀ ਪਾ ਕੇ ਮਨ ਨੂੰ ਨਿਰੰਕਾਰ ਦੇ ਦੇਸ਼ ਦੀ ਉਡਾਰੀ ਲਵਾ ਲੈਣੀ ਹੈ। ਜਿਵੇਂ ਇੱਥੇ ਸ਼ਬਦ ਵਰਤਿਆ ਸਗਲ ਤਾਂ ਜੀਨ ਗਗਨ ਦੁਹਰਾਵੋ। ਜਦੋਂ ਘੋੜੇ ਦੀ ਸਵਾਰੀ ਕੀਤੀ ਜਾਂਦੀ ਉਹਦੇ ਉੱਤੇ ਕਾਠੀ ਪਾਈ ਜਾਂਦੀ ਹੈ, ਸਭ ਪ੍ਰਬੰਧ ਕੀਤਾ ਜਾਂਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਦੋਂ ਸਵਾਰੀ ਕਰਦੇ ਨੇ, ਇਸ ਤਰ੍ਹਾਂ ਲੱਗਦਾ ਵੀ ਅਸਮਾਨ ਵਿੱਚ ਉੱਡ ਗਏ। ਜਦੋਂ ਸਹਿਜ ਦੀ ਸਵਾਰੀ ਮਨ ਕਰਦਾ ਹੈ, ਟਿਕਾ ਦੇ ਵਿੱਚ ਮਨ ਆਉਂਦਾ ਹੈ, ਸੰਤੋਖ ਸਬਰ ਦੇ ਵਿੱਚ ਆਉਂਦਾ ਮਨ, ਇਸ ਤਰ੍ਹਾਂ ਲੱਗਦਾ ਵੀ ਅਸੀਂ ਬਹੁਤ ਵੱਡੀ ਸਵਾਰੀ ਕਰ ਲਈ ਹੈ। ਮਹਾਰਾਜ ਅੱਗੇ ਕਹਿ ਰਹੇ ਨੇ ਜੀ ਚਲੋ ਰੇ ਬੈਕੁੰਠ ਤੁਝੈ ਲੈ ਤਾਰੂ, ਹਿਤੇ ਤਾਂ ਪ੍ਰੇਮ ਕੇ ਚਾਬਕ ਮਾਰੋ। ਮਨ ਨੂੰ ਕਹਿ ਰਹੇ ਨੇ ਮਹਾਰਾਜ, ਕਹਿੰਦੇ ਚੱਲ ਹੇ ਮਨ ਰੂਪੀ ਘੋੜੇ, ਤੈਨੂੰ ਬੈਕੁੰਠ ਦੀ ਸੈਰ ਕਰਾਵਾਂ, ਤੈਨੂੰ ਸਵਰਗ ਦਿਖਾ ਕੇ ਲੈ ਕੇ ਆਵਾਂ। ਜੇ ਤੂੰ ਅੜੀਆਂ ਕਰਦਾ ਨਾ, ਜੇ ਤੂੰ ਅੜਦਾ, ਕਬੀਰ ਜੀ ਕਹਿੰਦੇ ਤੇਰੇ ਪ੍ਰੇਮ ਦੇ ਚਾਬਕ ਮਾਰਾਂ, ਪਿਆਰ ਦੇ ਤੀਰ ਮਾਰਾਂ, ਪਿਆਰ ਦੇ ਤੀਰ ਨਾਲ ਤੇਰਾ ਮਨ ਸਿੱਧਾ ਹੋ ਜਾਵੇ। ਕਹਿਤ ਕਬੀਰ ਭਲੇ ਅਸਵਾਰਾ, ਵੇਦ ਕਤੇਬ ਤੇ ਰਹਿ ਨਿਰਾਰਾ। ਸਤਿਗੁਰੂ ਕਬੀਰ ਜੀ ਇੱਥੇ ਕਹਿ ਰਹੇ ਨੇ ਅਖੀਰ ਦੇ ਵਿੱਚ, ਕਬੀਰ ਜੀ ਕਹਿੰਦੇ ਨੇ ਇਹੋ ਜਿਹੇ ਸਿਆਣੇ ਜਿਹੜੇ ਅਸਵਾਰ ਨੇ ਨਾ, ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਨੇ, ਉਹ ਵੇਦਾਂ ਕਤੇਬਾਂ ਨੂੰ ਸੱਚੇ ਝੂਠੇ ਆਖਣ ਦੇ ਝਗੜੇ ਵਿੱਚ ਨਹੀਂ ਪੈਂਦੇ, ਉਹ ਵੱਖਰੇ ਰਹਿੰਦੇ ਨੇ ਦੁਨੀਆ ਤੋਂ, ਸੰਸਾਰ ਤੋਂ। ਮਹਾਰਾਜ ਨੇ ਅਖੀਰ ਇਹਦਾ ਨਿਚੋੜ ਕੀ ਦਿੱਤਾ ਜੀ, ਹੋਰਨਾਂ ਮੱਤਾਂ ਦੀਆਂ ਪੁਸਤਕਾਂ ਨੂੰ ਨਿੰਦਣ ਦੀ ਥਾਂ ਧਰਮ ਦਾ ਸਹੀ ਜਿਹੜਾ ਰਸਤਾ ਇਹ ਹੈ ਕਿ ਆਪਣੇ ਅਸਲ ਪ੍ਰਮਾਤਮਾ ਨੂੰ ਚੇਤੇ ਰੱਖੀਏ।
इस तरह ਜਿਹੜਾ ਮਨ ਆ ਵਿਕਾਰਾਂ ਵੱਲੋਂ ਹਟ ਜਾਂਦਾ, ਮਨ ਨੂੰ ਡੋਲਣ ਨਾ ਦਈਏ। ਮਨੁੱਖ ਸਰਬ ਵਿਆਪਕ ਜਿਹੜਾ ਪ੍ਰਮਾਤਮਾ ਪ੍ਰਭੂ ਹੈ ਉਹਦੇ ਚਰਨਾਂ ਨਾਲ ਜੁੜ ਜਾਂਦਾ ਹੈ। ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦਿੱਤੀ ਹੈ ਜੀ, ਥੋੜ੍ਹਾ ਸ਼ਬਦ ਵਿੱਚ ਕਬੀਰ ਜੀ ਨੇ ਇੱਕ ਉਦਾਹਰਨਾਂ ਵਰਤੀਆਂ ਨੇ। ਘੋੜੇ ਦਾ ਪ੍ਰਤੀਕ ਵਰਤਿਆ, ਸਵਾਰੀ ਦੀ ਗੱਲ ਕੀਤੀ ਵੀ ਸਵਾਰੀ ਕਿਵੇਂ ਕਰੀਦੀ ਹੈ। ਸਾਰੀ ਗੱਲ ਦਾ ਸੰਬੰਧ ਮਨ ਦੇ ਨਾਲ ਹੈ। ਇੱਥੇ ਕਬੀਰ ਜੀ ਕਹਿ ਰਹੇ ਨੇ ਜ਼ਿੰਦਗੀ ਵਾਲੀ ਜਿਹੜੀ ਯਾਤਰਾ ਹੈ, ਜੀਵਨ ਵਾਲੀ ਜਿਹੜੀ ਯਾਤਰਾ ਹੈ, ਜੀਵਨ ਵਾਲੀ ਯਾਤਰਾ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਹੋਏ ਮਨ ਕਿਵੇਂ ਖੇੜੇ ਵਿੱਚ ਆ ਜਾਵੇ, ਮਨ ਕਿਵੇਂ ਟਿਕਾ ਵਿੱਚ ਆ ਜਾਵੇ, ਮਨ ਸਹਿਜ ਵਿੱਚ ਕਿਵੇਂ ਆਵੇ। ਕਬੀਰ ਜੀ ਇੱਥੇ ਨਿਚੋੜੇ ਦੇ ਰਹੇ ਨੇ। ਮਹਾਰਾਜ ਕਹਿੰਦੇ ਧਾਰਮ ਗ੍ਰੰਥਾਂ ਦੀ ਬਹਿਸ ਵਿੱਚ ਨਾ ਪਵੋ, ਛੱਡ ਦਿਓ ਇਹ ਖਿਆਲ। ਆਪਣੇ ਆਪ ਨੂੰ ਸਵਾਰਨ ਤੇ ਸਮਾਂ ਲਾਓ। ਕਬੀਰ ਜੀ ਕਹਿੰਦੇ ਬਹੁਤਾ ਸਮਾਂ ਸਾਡਾ ਨਿੰਦਿਆ ਕਰ ਕਰ ਲੰਘ ਜਾਂਦਾ, ਬਹੁਤਾ ਸਮਾਂ ਸਾਡਾ ਨੁਕਤਾਚੀਨੀ ਕਰਦੇ ਲੰਘ ਜਾਂਦਾ ਹੈ। ਮਹਾਰਾਜ ਕਹਿੰਦੇ ਖਿਆਲ ਛੱਡੋ, ਸਾਡੇ ਖਿਆਲ ਨਹੀਂ ਹੈ ਇਹ ਖਿਆਲ ਛੱਡ ਕੇ ਆਪਣੇ ਮਨ ਨੂੰ ਪ੍ਰਮਾਤਮਾ ਨਾਲ ਜੋੜੋ, ਰੱਬ ਨਾਲ ਜੋੜੋ। ਕਬੀਰ ਜੀ ਨੇ ਇੱਥੇ ਅਸਵਾਰੀ ਦੀ ਗੱਲ ਕੀਤੀ ਹੈ, ਕਿਵੇਂ ਮਨ ਸੱਚ ਦੀ ਸਵਾਰੀ ਕਰਦਾ, ਕਿਵੇਂ ਮਨ ਉਸ ਪ੍ਰਮਾਤਮਾ ਨਾਲ ਜੁੜ ਕੇ ਆਪਣੇ ਆਪੇ ਨੂੰ ਸਵਾਰਦਾ ਹੈ। ਆਪਾਂ ਗੱਲ ਕਰ ਰਹੇ ਸੀ ਜੀ, ਆਓ ਗੁਰਮੁਖੋ, ਜੋ ਲੜੀਵਾਰ ਇਤਿਹਾਸਕ ਵਿਚਾਰ ਚੱਲ ਰਹੀ ਹੈ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਨੂੰ ਆਪਾਂ ਵਿਚਾਰ ਚੁੱਕੇ ਹਾਂ। ਛੇਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਬਾਰੇ ਵਿਚਾਰ ਆਪਾਂ ਕਰ ਰਹੇ ਹਾਂ। ਲੜੀਵਾਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ। ਕੱਲ ਆਪਾਂ ਪਰਸੋਂ ਚੌਥ ਗੱਲ ਕਰ ਰਹੇ ਸੀ, ਜਿਹੜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸਤਿਗੁਰੂ ਮਹਾਰਾਜ ਕਿਵੇਂ ਸੌਂਪਦੇ ਨੇ। ਸਤਿਗੁਰੂ ਮਹਾਰਾਜ ਨੂੰ ਅਗਲਾ ਜਿਹੜਾ ਸਮਾਂ ਦਿਸ ਰਿਹਾ ਵੀ ਆਉਣ ਵਾਲੇ ਸਮੇਂ ਅੰਦਰ ਜਹਾਂਗੀਰ ਦੀ ਪਲੈਨਿੰਗ ਕੀ ਹੈ, ਜਹਾਂਗੀਰ ਕੀ ਕੁਝ ਕਰ ਸਕਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਉੱਤੇ 3-4 ਦਿਨ ਲਗਾਤਾਰ ਵਾਰ ਕੀਤੇ ਗਏ। ਸੀਸ ਵਿੱਚ ਗਰਮ ਰੇਤ ਪਾ ਕੇ, ਤੱਤੀ ਤਵੀ ਤੇ ਬਹਾ ਕੇ, ਉਬਲਦੇ ਪਾਣੀ ਅੰਦਰ ਮਹਾਰਾਜ ਨੂੰ ਬਿਠਾ ਕਰਕੇ। ਇਹ ਆਪਾਂ ਸਾਰੀ ਵਿਚਾਰ ਕਰ ਚੁੱਕੇ ਸੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਰਾਵੀ ਦਰਿਆ ਵਿੱਚ ਰੁੜ ਦਿੱਤਾ ਗਿਆ। 1606 ਦੀ ਘਟਨਾ ਸੀ, 16 ਜੂਨ 1606 ਵਿੱਚ। ਪਾਤਸ਼ਾਹ ਜੀ ਜਿਹੜਾ ਰਾਵੀ ਦਰਿਆ ਸੀ, ਰਾਵੀ ਦਰਿਆ ਵਿੱਚ ਰੁੜ ਦਿੱਤਾ ਗਿਆ। ਮਹਾਰਾਜ ਉਸ ਤੋਂ ਬਾਅਦ ਸਮੇਂ ਦੀ ਸਰਕਾਰ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦ ਕਰਕੇ ਇਹ ਸਮਝ ਲਿਆ, ਜਹਾਂਗੀਰ ਇਹ ਗੱਲ ਸਮਝਦਾ ਹੈ ਕਿ ਅਸੀਂ ਗੁਰੂ ਨਾਨਕ ਦੁਆਰਾ ਚਲਾਈ ਗਈ ਜਿਹੜੀ ਨਿਰਮਲ ਵਿਚਾਰਧਾਰਾ ਸੀ, ਨਿਰਮਲ ਪੰਥ ਸੀ, ਸਿੱਖੀ ਦੀ ਲਹਿਰ ਸੀ, ਅਸੀਂ ਉਹਦੀ ਕਮਰ ਤੋੜ ਦਿੱਤੀ, ਉਹਨੂੰ ਅਸੀਂ ਖਤਮ ਕਰ ਦਿੱਤਾ। ਜਹਾਂਗੀਰ ਬਾਦਸ਼ਾਹ ਵਰਗੇ, ਮੁਰਤਜ਼ਾ ਖਾਨ ਵਰਗੇ, ਸ਼ੇਖ ਫਰੀਦ ਬੁਖਾਰੀ ਵਰਗੇ ਖੁਸ਼ੀਆਂ ਮਨਾਉਂਦੇ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਹੁਣ ਇਹਨਾਂ ਲੋਕਾਂ ਨੂੰ ਪਤਾ ਨਹੀਂ ਸੀ ਵੀ ਅੱਗੇ ਆਉਣ ਵਾਲਾ ਸਿੱਖੀ ਦਾ ਵਾਰਸ, ਇਸ ਗੱਦੀ ਦਾ ਵਾਰਸ ਕੌਣ ਹੈ। ਇੱਥੋਂ ਤੱਕ ਗੋਇੰਦਵਾਲ ਸਾਹਿਬ ਦੇ ਜਿਹੜਾ ਇਹ ਐਮ.ਐਸ. ਸਰਹੰਦੀ ਆ ਨਾ, ਐਮ.ਐਸ. ਸਰਹੰਦੀ ਜੋ ਗੁਰੂ ਅਰਜਨ ਸਾਹਿਬ ਦਾ ਵਿਰੋਧੀ ਹੈ, ਇਸ ਗੋਇੰਦਵਾਲ ਸਾਹਿਬ ਇਸ ਨੇ ਇੱਕ ਚਿੱਠੀ ਲਿਖੀ ਸੀ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਾਫਰ ਕਰਕੇ ਲਿਖਿਆ। ਆਪਣੀ ਚਿੱਠੀ ਵਿੱਚ ਇਹ ਲਿਖਦਾ ਹੈ ਕਿ ਗੁਰੂ ਅਰਜਨ ਦੀ, ਹੁਣ ਸਾਡੇ ਲਈ ਗੁਰੂ ਤਾਂ ਬਹੁਤ ਸਤਿਕਾਰਯੋਗ ਹੈ ਜੀ, ਪਰ ਇਹਨਾਂ ਦੀ ਚਿੱਠੀ ਦੇ ਜੋ ਅਸੀਂ ਪੜ੍ਹਦੇ ਵਿਚਾਰਦੇ ਹਾਂ ਵੀ ਕਿੰਨੇ ਅਪਸ਼ਬਦ ਗੁਰੂ ਅਰਜਨ ਸਾਹਿਬ ਦੇ ਲਈ ਵਰਤੇ ਹੋਏ ਨੇ। ਅਸੀਂ ਗੁਰੂ ਅਰਜਨ ਸਾਹਿਬ ਨੂੰ ਮੌਤ ਦੇ ਘਾਟ ਉਤਾਰ ਕੇ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਈ ਹੈ। ਅਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ। ਇਸ ਕਾਫਰ ਦੇ ਕਤਲ ਹੋਣ ਤੋਂ ਪਹਿਲਾਂ ਮੈਨੂੰ ਇੱਕ ਬੜਾ ਚੰਗਾ ਸੁਪਨਾ ਵੀ ਆਇਆ ਸੀ, ਜਿਸ ਵਿੱਚ ਮੈਂ ਤੱਕਿਆ ਕਿ ਬਾਦਸ਼ਾਹ ਜਹਾਂਗੀਰ ਨੇ ਕਾਫਰ ਦਾ ਸਿਰ ਕੁਚਲ ਦਿੱਤਾ। ਇਹ ਚਿੱਠੀ ਵਿੱਚ ਇਹੋ ਜਿਹਾ ਕੁਝ ਲਿਖਦਾ ਜੀ, ਸਿਰ ਕੁਚਲ ਦਿੱਤਾ। ਇਹ ਇਸ ਵਿੱਚ
ਕੋਈ ਸ਼ੱਕ ਨਹੀਂ ਹੈ ਕਿ ਕਾਫਰ ਧਰਮਹੀਣੇ ਲੋਕਾਂ ਦਾ ਸਰਮੌਰ, ਕਾਫਰਾਂ ਦਾ ਵੱਡਾ ਮੁਖੀ ਬਣ ਗਿਆ। ਕਿਉਂਕਿ ਜਿਹੜੇ ਸ਼ੇਖ ਫਰੀਦ ਬੁਖਾਰੀ ਵਰਗੇ ਸੀ ਜਾਂ ਅਹਿਮਦ ਸਰਹੰਦੀ ਵਰਗੇ ਸੀ, ਇਹ ਕਹਿੰਦੇ ਸੀ ਵੀ ਜਿਹੜੇ ਇਸਲਾਮ ਧਾਰਨ ਨਹੀਂ ਕਰਦੇ, ਜਿਹੜੇ ਸਾਡੇ ਮੰਗਰ ਨਹੀਂ ਚੱਲਦੇ, ਬਾਕੀ ਸਾਰੇ ਕਾਫਰ ਨੇ। ਜਿਹੜੇ ਗੁਰੂ ਅਰਜਨ ਸਾਹਿਬ ਦੇ ਮੰਗਰ ਚੱਲਦੇ ਨੇ ਨਾ, ਉਹ ਕਾਫਰ ਨੇ, ਇਹਨਾਂ ਦੇ ਸ਼ਬਦ ਨੇ। ਪਰ ਇੱਥੇ ਤਾਂ ਗੁਰੂ ਘਰ ਦੇ ਵਿੱਚ ਹਰ ਇੱਕ ਨੂੰ ਸਤਿਕਾਰ ਦਿੱਤਾ ਗਿਆ ਜੀ। ਤੁਸੀਂ ਇਤਿਹਾਸ ਨੂੰ ਪੜ੍ਹੋਗੇ ਨਾ, ਜਿਸ ਵਕਤ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ, ਸਾਈਂ ਮੀਆਂ ਮੀਰ ਜੀ ਤੋਂ ਰਖਾਈ ਗਈ ਸੀ। ਕੌਣ ਨੇ ਉਹ? ਮੁਸਲਮਾਨ ਸਿੱਖ। ਜਿਹੜੀ ਇਹਨਾਂ ਲੋਕਾਂ ਅੰਦਰ ਕੱਟੜਤਾ ਸੀ, ਮਹਾਰਾਜ ਨੇ ਕੱਟੜਤਾ ਦਾ ਵਿਰੋਧ ਕੀਤਾ ਹੈ। ਸਿੱਖ ਧਰਮ ਦੇ ਆਪਾਂ ਅਸੂਲਾਂ ਨੂੰ ਪੜ੍ਹਦੇ ਹਾਂ, ਵਿਚਾਰਾਂ ਨੂੰ ਪੜ੍ਹਦੇ ਹਾਂ। ਮੁਸਲਮਾਨਾਂ ਦੀ ਬਹੁਤ ਵੱਡੀਆਂ ਕੁਰਬਾਨੀਆਂ ਨੇ। ਗਨੀ ਖਾਂ ਤੇ ਨਬੀ ਖਾਂ ਦੀ ਗੱਲ ਕਰ ਲਓ, ਪੀਰ ਬੁੱਧੂ ਸ਼ਾਹ ਦੀ ਗੱਲ ਕਰ ਲਓ, ਮਲੇਰਕੋਟਲੇ ਵਾਲਾ ਜਿਹੜਾ ਨਵਾਬ ਜਿਹਨੇ ਹਾਂ ਦਾ ਨਾਰਾ ਮਾਰਿਆ, ਇਹਨਾਂ ਦੀ ਗੱਲ ਕਰ ਲਓ। ਕੁਰਬਾਨੀਆਂ ਤਾਂ ਬਹੁਤ ਨੇ ਜੀ। ਪਰ ਇਹ ਕੁਝ ਲੋਕ ਸੀ ਨਾ ਜਿਹੜੇ ਕੱਟੜਪੰਥੀ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਕੱਟੜਤਾ ਦਾ ਅਰਥ ਇਹ ਹੁੰਦਾ ਜੀ ਵੀ ਵੇਖੋ ਜੀ, ਸਾਡੀ ਵਿਚਾਰਧਾਰਾ ਦਾ ਬੋਲਬਾਲਾ ਹੋਵੇ, ਸਾਡੇ ਮਗਰ ਲੋਕ ਲੱਗਣ। ਜਿਹੜਾ ਸਾਡੇ ਮਗਰ ਨਹੀਂ ਲੱਗਦਾ ਉਹ ਕਾਫਰ ਬਣ ਗਿਆ, ਉਹ ਧਰਮ ਤੋਂ ਹੀਣਾ ਬਣ ਗਿਆ, ਉਹ ਰੱਬ ਤੋਂ ਭਗੌੜਾ ਹੋ ਗਿਆ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਤਰ੍ਹਾਂ ਦੇ ਵਿਚਾਰ ਦੇ ਮਾਲਕ ਨਹੀਂ ਸੀ। ਕੱਟੜਤਾ ਨਹੀਂ ਸੀ ਮਹਾਰਾਜ ਅੰਦਰ। ਮਹਾਰਾਜ ਹਰ ਇੱਕ ਨੂੰ ਪ੍ਰੇਮ ਕਰਦੇ ਸੀ, ਪਿਆਰ ਕਰਦੇ ਸੀ। ਸਤਿਗੁਰੂ ਮਹਾਰਾਜ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਸ਼ਹੀਦ ਕਰਕੇ ਜਿਹੜਾ ਜਹਾਂਗੀਰ ਸੀ, ਸ਼ੇਖ ਅਹਿਮਦ ਸਰਹੰਦੀ ਤੇ ਉਸਦੇ ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ, ਉਹਦੀ ਸੋਚ ਰੱਖਣ ਵਾਲਾ ਸੀ। ਇਹਨਾਂ ਲੋਕਾਂ ਨੇ ਖੁਸ਼ੀ ਮਨਾਈ ਵੀ ਸਿੱਖੀ ਦੀ ਲਹਿਰ ਦਾ ਸੀ ਭੋਗ ਪਾ ਦਿੱਤਾ। ਇਹ ਸ਼ਹੀਦੀ ਸੀ ਜਿਹੜੀ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਗਈ। ਇਸ ਸ਼ਹੀਦੀ ਨੇ ਬਹੁਤ ਮੋੜ ਲੈ ਕੇ ਆਂਦਾ। ਇਹ ਕਹਿ ਸਕਦੇ ਆ ਵੀ ਯੁੱਗ ਪਲਟ ਦਿੱਤਾ ਸ਼ਹੀਦੀ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੇ ਫਰਜ਼ੰਦ ਪੁੱਤਰ ਛੇਵੇਂ ਪਾਤਸ਼ਾਹ ਜੀ ਇਸ ਗੁਰਤਾ ਗੱਦੀ ਤੇ ਬਹਿੰਦੇ ਨੇ। ਪਹਿਲਾਂ ਆਪਾਂ ਇਹ ਵਿਚਾਰ ਕਰਕੇ ਆ ਰਹੇ ਸੀ, ਧੰਨ ਗੁਰੂ ਨਾਨਕ ਮਹਾਰਾਜ ਵਿਚਾਰਧਾਰਾ ਦੇ ਸੰਤ ਪੱਖ ਦੀ ਵਿਆਖਿਆ ਵੀ ਮਹਾਰਾਜ ਨੇ ਕੀਤੀ ਹੈ, ਪ੍ਰਚਾਰ ਕੀਤਾ ਦੁਨੀਆ ਭਰ ਦੇ ਅੰਦਰ। ਇਸ ਲੜੀ ਦੇ ਤਹਿਤ ਹੀ ਮਹਾਰਾਜ ਨੇ ਸਿਪਾਹੀ ਪੱਖ ਦੀ ਵਿਆਖਿਆ ਕੀਤੀ। ਹਰਗੋਬਿੰਦ ਮਹਾਰਾਜ ਨੇ 2 ਤਲਵਾਰਾਂ ਧਾਰਨ ਕੀਤੀਆਂ। ਸਤਿਗੁਰੂ ਮਹਾਰਾਜ ਦੀ ਹਰਗੋਬਿੰਦ ਪਾਤਸ਼ਾਹ ਦੀ ਤਲਵਾਰ ਜ਼ਬਰ ਦੇ ਖਿਲਾਫ, ਜ਼ੁਲਮ ਦੇ ਖਿਲਾਫ ਮਹਾਰਾਜ ਦੀ ਤਲਵਾਰ ਉੱਠਦੀ ਰਹੀ ਹੈ। ਸਿੱਖਾਂ ਦੇ ਮਨ ਅੰਦਰ ਇੱਕ ਮਹਾਰਾਜ ਨੇ ਹੁਲਾਰਾ ਪੈਦਾ ਕੀਤਾ, ਜਗਾਇਆ ਸਿੱਖਾਂ ਨੂੰ ਵੀ ਸਿੱਖੋ, ਜ਼ਾਲਮ ਲੋਕਾਂ ਨੇ ਸਾਡੇ ਗੁਰੂ ਨੂੰ ਸ਼ਹੀਦ ਕਰ ਦਿੱਤਾ। ਜੇ ਅਸੀਂ ਹੱਥ ਦੇ ਹੱਥ ਧਰ ਕੇ ਬਹਿ ਗਏ, ਇਸ ਤਰ੍ਹਾਂ ਕੁਝ ਨਹੀਂ ਬਣਦਾ। ਆਉਣ ਵਾਲਾ ਸਮਾਂ ਸਾਡੇ ਵਾਸਤੇ ਬਹੁਤ ਭਿਆਨਕ ਬਣ ਜਾਣਾ ਜੇ ਅਸੀਂ ਤਲਵਾਰ ਨੂੰ ਹੱਥ ਨਾ ਪਾਇਆ। ਆਪਾਂ ਬਹੁਤ ਵਾਰ ਗੱਲ ਕੀਤੀ, ਗੁਰੂ ਸਾਹਿਬ ਦੀ ਤਲਵਾਰ ਜੀ ਕਿਸੇ ਨਿਹੱਥੇ ਤੇ ਨਹੀਂ ਉੱਠੀ, ਕਿਸੇ ਔਰਤ ਤੇ ਨਹੀਂ ਉੱਠਦੀ, ਕਿਸੇ ਬੱਚੇ ਤੇ ਨਹੀਂ ਉੱਠੀ। ਗੁਰੂ ਸਾਹਿਬ ਦੀ ਤਲਵਾਰ ਜੇ ਉੱਠੀ ਆ ਨਾ, ਹਮੇਸ਼ਾ ਜ਼ੁਲਮ ਦੇ ਵਿਰੁੱਧ ਉੱਠੀ ਆ। ਜਿਹੜੇ ਜ਼ਾਲਮ ਲੋਕ ਸੀ, ਜ਼ੁਲਮ ਕਰਨ ਵਾਲੇ ਲੋਕ ਸੀ, ਜ਼ੁਲਮ ਕਰਦੇ ਸੀ, ਉਹਨਾਂ ਦੇ ਵਿਰੁੱਧ ਗੁਰੂ ਸਾਹਿਬ ਜੀ ਡਟ ਕੇ ਖੜੇ ਨੇ। ਉਹਨਾਂ ਜ਼ਾਲਮ ਲੋਕਾਂ ਦਾ ਨਾਸ਼ ਕੀਤਾ ਮਹਾਰਾਜ ਨੇ। ਛੇਵੇਂ ਪਾਤਸ਼ਾਹ ਜੀ ਸ਼ਾਸਤਰ ਵਿਦਿਆ, ਮਹਾਰਾਜ ਨੇ ਹੁਕਮਨਾਮੇ ਜਾਰੀ ਕੀਤੇ, ਹੁਕਮਨਾਮੇ ਭੇਜੇ। ਸਿੱਖ ਜਵਾਨੀਆਂ ਭੇਟ ਕਰਨ ਲੱਗ ਪਏ। ਕੋਈ ਸ਼ਾਸਤਰ ਲੈ ਕੇ ਆਉਂਦਾ, ਘੋੜੇ ਲੈ ਕੇ ਆਉਂਦਾ। ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਦੀ ਸਾਜਨਾ ਕੀਤੀ। ਵੱਡੇ ਵੱਡੇ ਰਾਈਟਰ ਸਤਿਗੁਰੂ ਮਹਾਰਾਜ ਦੀ ਸ਼ਹੀਦੀ ਦੇ ਬਾਰੇ ਬਹੁਤ ਕੁਝ ਲਿਖਦੇ ਨੇ ਜੀ। ਸਿੱਖ ਇਤਿਹਾਸ ਵਿੱਚ ਸ਼ਹੀਦੀ ਨੇ ਬਹੁਤ ਵੱਡਾ ਮੋੜ ਲਿਆ, ਕਿਉਂਕਿ ਪਹਿਲੀ ਵਾਰ ਸ਼ਹੀਦੀ ਹੋਈ ਸੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ। ਇਸ ਸ਼ਹੀਦੀ ਨੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਮੋੜ ਲੈ ਕੇ ਆਂਦਾ। ਸਿੱਖਾਂ ਅੰਦਰ ਰੋਸ ਵੀ ਹੈ, ਵਿਰੋਧ ਵੀ ਹੈ ਕਿ ਸਾਡੇ ਗੁਰੂ ਨੂੰ ਸ਼ਹੀਦ ਕਰ ਦਿੱਤਾ। ਪਰ ਹੁਣ ਇਸ ਵਿਰੋਧ ਦਾ ਬਦਲਾ ਕੀ ਸੀ, ਸਿੱਟਾ ਕੀ ਸੀ? ਤਿਆਰੀ ਕੀਤੀ ਨਾ ਮਹਾਰਾਜ ਨੇ, ਪਹਿਲਾਂ ਸਬਰ ਦੇ ਨਾਲ, ਸੰਤੋਖ ਨਾਲ ਤਿਆਰੀ ਕਰਕੇ ਫਿਰ ਜਹਾਂਗੀਰ ਦਾ ਮੁਕਾਬਲਾ ਵੀ ਕੀਤਾ। ਇਸ ਤਰ੍ਹਾਂ ਉਹਨਾਂ ਲੋਕਾਂ ਦਾ ਜਿਹੜਾ ਮੰਨਣਾ ਸੀ, ਇਹ ਮੰਨਣਾ ਸੀ ਵੀ ਸਿੱਖੀ ਦੀ ਲਹਿਰ ਅਸੀਂ ਖਤਮ ਕਰ ਦਿੱਤੀ, ਪਰ ਨਹੀਂ, ਗੁਰੂ ਹਰਗੋਬਿੰਦ ਮਹਾਰਾਜ ਨੇ ਸਿੱਖੀ ਦੀ ਲਹਿਰ ਨੂੰ ਫਿਰ ਸੁਰਜੀਤ ਕੀਤਾ।
ਭਾਵੇਂ ਕਿੰਨੀਆਂ ਮੁਸੀਬਤਾਂ ਆਈਆਂ, ਕਿੰਨੀਆਂ ਮੁਸੀਬਤਾਂ ਝੱਲਣੀਆਂ ਪਈਆਂ, ਗੁਰੂ ਨਾਨਕ ਮਹਾਰਾਜ ਦੁਆਰਾ ਚਲਾਈ ਗਈ ਇਸ ਸਿੱਖੀ ਦੀ ਲਹਿਰ ਨੂੰ ਬਚਾਉਣ ਲਈ, ਇਸ ਦੇ ਕ੍ਰਾਂਤੀਕਾਰੀ ਪ੍ਰਭਾਵਾਂ ਨੂੰ ਜਾਰੀ ਰੱਖਣ ਵਾਸਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਹੱਥ ਵਿੱਚ ਤਲਵਾਰ ਫੜ ਕੇ ਉਹਨਾਂ ਜ਼ਾਲਮ ਲੋਕਾਂ ਦਾ, ਜ਼ੁਲਮ ਦਾ ਨਾਸ਼ ਕਰਦੇ ਹੋਏ ਗੁਰੂ ਹਰਗੋਬਿੰਦ ਮਹਾਰਾਜ, ਇਤਿਹਾਸ ਅੰਦਰ ਅੱਗੇ ਉਹਨਾਂ ਦਾ ਆਪਾਂ ਜੀਵਨ ਜਿਹੜਾ ਪੜ੍ਹਾਂਗੇ ਜੀ, ਮਹਾਰਾਜ ਨੇ 4 ਜੰਗਾਂ ਵੀ ਲੜੀਆਂ। ਕਾਹਦੇ ਲਈ ਲੜੀਆਂ? ਕਿਉਂਕਿ ਉਸ ਵਕਤ ਤਲਵਾਰ ਦੀ ਸਖਤ ਲੋੜ ਸੀ। ਹੁਣ ਇਹ ਗੱਲ ਇੱਥੇ ਧਿਆਨ ਰੱਖਿਓ, ਗੁਰੂ ਨਾਨਕ ਤੇ ਗੁਰੂ ਹਰਗੋਬਿੰਦ ਮਹਾਰਾਜ ਦਾ ਸਿਧਾਂਤ ਇੱਕੋ ਹੀ ਹੈ। ਕਈ ਵਾਰੀ ਗੱਲ ਚੱਲ ਪੈਂਦੀ ਹੈ ਵੀ ਵੇਖੋ ਜੀ, ਗੁਰੂ ਨਾਨਕ ਮਹਾਰਾਜ ਨੇ ਹਥਿਆਰ ਨਹੀਂ ਚੱਕਿਆ, ਦੂਜੇ ਗੁਰੂ ਨੇ ਹਥਿਆਰ ਨਹੀਂ ਚੱਕਿਆ, 6ਵੇਂ ਪਾਤਸ਼ਾਹ ਨੇ ਹਥਿਆਰ ਚੱਕ ਲਏ, ਇੱਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਥਿਆਰ ਚੱਕ ਲਏ, ਵੀ ਇਹਨਾਂ ਨੇ ਕੋਈ ਵੱਖਰੀ ਪਰੰਪਰਾ ਚਲਾ ਦਿੱਤੀ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਕਿਉਂਕਿ ਜੇ ਆਪਾਂ ਹਥਿਆਰਾਂ ਦੀ ਗੱਲ ਕਰਾਂਗੇ ਨਾ, ਗੁਰੂ ਨਾਨਕ ਮਹਾਰਾਜ ਇੱਕ ਸੋਟਾ ਲੈ ਕੇ ਘੁੰਮੇ ਨੇ ਸੰਸਾਰ ਭਰ ਦੇ ਅੰਦਰ। ਕਿਤੇ ਮਹਾਰਾਜ ਕੋਲ ਵਿਚਾਰ ਦਾ ਹਥਿਆਰ ਹੈ, ਵਿਚਾਰ ਦੇ ਨਾਲ ਵੀ ਕਈ ਬੰਦਿਆਂ ਦੇ ਪੱਥਰ ਮਨ ਸੀ ਜਿਹੜੇ ਉਹਨਾਂ ਨੂੰ ਪਿਘਲਾ ਕੇ ਰੱਖ ਦਿੱਤਾ ਸੀ। ਜ਼ੁਲਮ ਨੂੰ ਖਤਮ ਕਰਨ ਵਾਸਤੇ ਮਹਾਰਾਜ ਨੇ ਸ਼ਸਤਰ ਵੀ ਫੜਿਆ ਹੈ। ਸ਼ਸਤਰਧਾਰੀ ਕੌਮ ਸਾਜੀ ਹੈ ਸਾਡੀ। ਜੋ ਰਹਿੰਦੀ ਜਿਹੜੀ ਵਿਚਾਰ ਆ, ਗੁਰੂ ਹਰਗੋਬਿੰਦ ਮਹਾਰਾਜ ਅੱਗੇ ਦਾ ਸਮਾਂ ਕਿਸ ਤਰ੍ਹਾਂ ਬਤੀਤ ਕਰਦੇ ਨੇ, ਗੁਰਤਾ ਗੱਦੀ ਤੇ ਬੈਠੇ ਨੇ। ਕਿਉਂਕਿ ਜ਼ਾਲਮ ਲੋਕਾਂ ਨੇ ਵੀ ਆਪਣੀਆਂ, ਜਦੋਂ ਪਤਾ ਲੱਗ ਗਿਆ ਵੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ 6ਵੇਂ ਪਾਤਸ਼ਾਹ ਉਹਨਾਂ ਦੇ ਪੁੱਤਰ ਨੇ ਤਿਆਰੀ ਆਰੰਭ ਕਰ ਦਿੱਤੀ, ਇੱਧਰ ਦੁਸ਼ਮਣਾਂ ਨੂੰ ਭਾਜੜਾਂ ਪੈਣੀਆਂ ਸ਼ੁਰੂ ਹੋ ਗਈਆਂ। ਜੋ ਰਹਿੰਦੀ ਵਿਚਾਰ ਆ ਜੀ, ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਵਿਚਾਰਾਂਗੇ, ਕਰਾਂਗੇ ਕਿਸ ਤਰ੍ਹਾਂ ਮਹਾਰਾਜ ਗੁਰਤਾ ਗੱਦੀ ਤੇ ਬਹਿ ਕੇ ਸਿੱਖੀ ਦਾ ਪ੍ਰਚਾਰ ਅਗਲਾ ਪੜਾਅ ਕਰ ਰਹੇ ਨੇ। ਗੁਰੂ ਕਿਰਪਾ ਕਰਨ, ਇੰਨੀ ਬੇਨਤੀ ਕਰੋ ਪ੍ਰਵਾਨ, ਅੰਤ ਵਿੱਚ ਫਤਿਹ ਨਾਲ ਪਾਓ।